ਵੇ ਆਫ ਲਾਈਫ ਪ੍ਰੋਗਰਾਮ ਦੇ ਵਿੱਚ ਨਵਦੀਪ ਕੌਰ ਤੇ ਪ੍ਰੇਮਪਾਲ ਕੌਰ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ 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 ਸਵਾਗਤ ਹੈ ਜੀ। ਸਾਡੇ ਦੋਵਾਂ ਭੈਣਾਂ ਵੱਲੋਂ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਕੀ ਹਾਲ ਚਾਲ ਤੁਹਾਡਾ? ਠੀਕ ਠਾਕ ਹੋ? ਬਿਲਕੁਲ ਨਵਦੀਪ ਜੀ, ਮੈਂ ਬਿਲਕੁਲ ਠੀਕ ਠਾਕ ਹਾਂ। ਉਮੀਦ ਕਰਦੀ ਹਾਂ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ। ਤੇ ਅੱਜ ਆਪਾਂ ਇਕੱਠੇ ਹੋਏ ਹਾਂ ਗੱਲਬਾਤ ਕਰਨ ਲਈ। ਜਿਹੜਾ ਕਿ ਆਪਾਂ ਵਿਸ਼ਾ ਚੁਣਿਆ ਉਸ ਦੇ ਉੱਤੇ ਅੱਜ ਆਪਾਂ ਗੱਲਬਾਤ ਜਾਰੀ ਕਰਦੇ ਹਾਂ। ਤੇ ਪਹਿਲਾਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਜਿਨ੍ਹਾਂ ਨੇ ਇਹ ਫੈਸਿਲਿਟੀ ਸਾਨੂੰ ਦਿੱਤੀ ਹੈ ਕਿ ਇਹੋ ਜਿਹੇ ਸਮੇਂ ਦੇ ਵਿੱਚ ਵੀ, ਜਦੋਂ ਕਿ ਤੁਹਾਨੂੰ ਪਤਾ ਕਿ ਕੋਵਿਡ ਦਾ ਦੌਰ ਚੱਲ ਰਿਹਾ ਹੈ, ਕਿਤੇ ਜਾ ਨਹੀਂ ਸਕਦੇ ਤੇ ਘਰ ਬੈਠੇ ਹੀ ਅਸੀਂ ਦੂਰੀਆਂ ਨੂੰ ਮਿਟਾਉਂਦੇ ਹੋਏ ਇਸ ਜਿਹੜੀ ਫੈਸਿਲਿਟੀ ਨੂੰ ਯੂਜ਼ ਕਰਦੇ ਹੋਏ ਤੇ ਅੱਜ ਆਪਾਂ ਆਮੋ ਸਾਹਮਣੇ ਬੈਠ ਕੇ ਉਸ ਗੱਲਬਾਤ ਨੂੰ ਸ਼ੁਰੂ ਕਰਦੇ ਹਾਂ। ਹਾਂ, ਬਹੁਤ ਵਧੀਆ ਭੈਣ ਜੀ। ਬਿਲਕੁਲ, ਜਿੱਦਾਂ ਜਿਹੜਾ ਆਲਾ ਦੁਆਲਾ ਹੈ ਸਾਡਾ, ਬੜਾ ਇਸ ਵੇਲੇ ਜਿੱਦਾਂ ਸਟ੍ਰੇਂਜ ਜੀ ਸਥਿਤੀ ਬਣੀ ਹੋਈ ਹੈ, ਬੜਾ ਮੁਸ਼ਕਲ ਹੈ, ਇੱਕ ਦੂਜੇ ਨਾਲ ਮੇਲ ਜੋਲ ਹੈ ਨਹੀਂ। ਸੋ ਹਾਂਜੀ ਆਪਾਂ ਆਪਣੇ ਘਰਾਂ ਚੋਂ ਬਹਿ ਕੇ ਹੀ ਅਸੀਂ ਲਾਈਵ ਹੋ ਰਹੇ ਹਾਂ। ਤੇ ਹਾਂਜੀ ਜਿਹੜੇ ਵੀ ਸਾਡੇ ਦਰਸ਼ਕ ਸਾਨੂੰ ਪਿਆਰ ਕਰਨ ਵਾਲੇ ਸਾਡਾ ਪ੍ਰੋਗਰਾਮ ਦੇਖਦੇ ਨੇ, ਬੜੇ ਨਿੱਕੇ ਸੁਨੇਹੇ ਭੇਜਦੇ ਨੇ, ਤੇ ਉਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਬਹੁਤ ਧੰਨਵਾਦ ਤੁਹਾਡੇ ਪਿਆਰੇ ਪਿਆਰੇ ਕਮੈਂਟਾਂ ਦਾ। ਤੁਸੀਂ ਸ਼ੇਅਰ ਕਰਦੇ ਹੋ, ਪਸੰਦ ਕਰਦੇ ਹੋ ਇਸ ਭੈਣਾਂ ਦੇ ਪ੍ਰੋਗਰਾਮ ਨੂੰ। ਤੇ ਆਪਾਂ ਗੱਲ ਸ਼ੁਰੂ ਕਰੀਏ ਜੀ, ਕਿਉਂਕਿ ਪਿਛਲੇ ਹਫਤੇ ਨਾ ਜਿਹੜਾ ਪ੍ਰੋਗਰਾਮ ਸੀ ਉਹਦੇ ਚ ਅਸੀਂ ਗੱਲ ਕੀਤੀ ਸੀ ਜਿਹੜੀ ਵਿਧਵਾ ਔਰਤ ਹੈ, ਵਿਡੋ ਔਰਤ ਹੈ, ਉਹਦੀ ਸਥਿਤੀ ਸਾਡੀ ਸੁਸਾਇਟੀ ਦੇ ਵਿੱਚ ਕੀ ਹੈ। ਮਤਲਬ ਹਾਂਜੀ ਉਹਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਕਿ ਉਹਦਾ ਆਪਣਾ ਕਸੂਰ ਨਹੀਂ ਹੁੰਦਾ। ਜੇ ਉਹ ਵਿਧਵਾ ਹੋ ਗਈ ਹੈ, ਉਹਦਾ ਹਸਬੈਂਡ ਅਕਾਲ ਚਲਾਣਾ ਕਰ ਗਿਆ ਹੈ, ਤਾਂ ਪਰ ਹਾਂਜੀ ਪ੍ਰਕਿਰਤੀਆਂ ਬਿਲਕੁਲ ਵਿਪਰੀਤ ਹੋ ਜਾਂਦੀਆਂ ਨੇ। ਤੇ ਅੱਜ ਅਸੀਂ ਗੱਲ ਕਰੀਏ ਜੀ ਜਿਹੜੀ ਤਲਾਕਸ਼ੁਦਾ ਜ਼ਿੰਦਗੀ ਹੈ। ਹਾਂਜੀ ਤੇ ਵਿਆਹ ਹੋ ਜਾਂਦਾ ਹੈ, ਬੜੇ ਚਾਵਾਂ ਮਲਾਰਾਂ ਨਾਲ ਵਿਆਹ ਕਰਦੇ ਆ, ਹਰੇਕ ਦੇ ਅਰਮਾਨ ਹੁੰਦੇ ਨੇ ਕਿ ਹਸਬੈਂਡ ਹੈ ਜਿਹੜਾ ਉਹ ਵੀ ਸੋਚਦਾ ਹੈ ਆਪਣੀ ਵਾਈਫ ਲਈ, ਉਹਦੇ ਵੀ ਸੁਪਨੇ ਹੁੰਦੇ ਨੇ। ਵਾਈਫ ਹੈ, ਉਹਦੇ ਬੜੇ ਸੁਪਨੇ ਹੁੰਦੇ ਨੇ ਕਿ ਅਸੀਂ ਜ਼ਿੰਦਗੀ ਏਦਾਂ ਜਿਉਣੀ ਹੈ, ਏਦਾਂ ਕਰਨਾ ਹੈ, ਅਸੀਂ ਹਨਾ ਦੋ ਸਰੀਰ ਇੱਕ ਜਾਨ ਬਣ ਕੇ ਰਹਿਣਾ ਹੈ, ਤੇ ਅਸੀਂ ਪਰਿਵਾਰ ਦੀ ਪਲੈਨਿੰਗ ਕਰਨੀ ਹੈ, ਸਾਰਾ ਕੁਝ। ਪਰ ਕਈ ਵਾਰੀ ਨਾ ਵਿਆਹ ਤੋਂ ਬਾਅਦ ਸਰਕਮਸਟੈਂਸਿਸ ਨੇ ਜਿਹੜੇ ਉਹਨਾਂ ਦੇ ਕੁਝ ਇਹੋ ਜਿਹੇ ਹੋ ਜਾਂਦੇ ਨੇ ਕਿ ਉਹ ਇਕੱਠੀਆਂ ਰਹਿਣ ਦੇ ਵਿੱਚ ਬਹੁਤ ਹੀ ਦਿੱਕਤ ਮਹਿਸੂਸ ਕਰਨ ਲੱਗ ਪੈਂਦੇ ਨੇ। ਤੇ ਜੇ ਬੱਚੇ ਹੋ ਜਾਣ ਫਿਰ ਤਾਂ ਹੋਰ ਵੀ ਮੁਸ਼ਕਿਲ ਹੈ। ਕਈ ਵਾਰੀ ਸੁਭਾਅ ਮੇਲ ਨਹੀਂ ਖਾਂਦੇ, ਸਥਿਤੀਆਂ ਮੇਲ ਨਹੀਂ ਖਾਂਦੀਆਂ, ਤੇ ਕਈ ਵਾਰ ਬੇਮੇਲ ਜਿਹੜੀ ਉਹਨਾਂ ਦੀ ਚੋਇਸ ਆ, ਤੇ ਉਹਦੇ ਨਾਲ ਵੀ ਬਹੁਤ ਫਰਕ ਪੈਂਦਾ। ਕਈ ਵਾਰ ਇਹ ਹੁੰਦਾ ਕਿ ਜਿਹੜਾ ਹਸਬੈਂਡ ਆ ਤੇ ਉਹਦਾ ਪਰਿਵਾਰ ਹੈ, ਉਹਨੇ ਦਿਖਾਇਆ ਕੁਝ ਹੋਰ ਹੁੰਦਾ ਕੁੜੀ ਵਾਲਿਆਂ ਨੂੰ, ਤਸਵੀਰ ਆਪਣੇ ਪਰਿਵਾਰ ਦੀ, ਪਰ ਅਸਲੀਅਤ ਕੁਝ ਹੋਰ ਨਿਕਲਦੀ ਹੈ। ਕੁੜੀ ਨੂੰ ਏਦਾਂ ਲੱਗਦਾ ਹੈ ਕਿ ਮੈਂ ਠੱਗੀ ਗਈ ਹਾਂ, ਤੇ ਇਹ ਕੀ ਹੋ ਗਿਆ, ਹੈਨਾ। ਤੇ ਫਿਰ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਨੇ। ਉਹ ਇਸ ਹੱਦ ਤੱਕ ਕਈ ਵਾਰੀ ਵੱਧ ਜਾਂਦੇ ਨੇ ਕਿ ਮਾਰ ਕੁਟਾਈ ਤੱਕ ਗੱਲ ਪਹੁੰਚ ਜੇ। ਰੋਜ਼ ਤਮਾਸ਼ਾ ਗੁਆਂਢੀ ਦੇਖਦੇ ਨੇ, ਤੇ ਉਹ ਜ਼ਿੰਦਗੀ ਇੱਕ ਨਰਕ ਬਣ ਜਾਂਦੀ ਹੈ। ਤੇ ਅਖੀਰ ਵਿੱਚ ਉਹ ਫੈਸਲਾ ਲੈ ਲੈਂਦੇ ਨੇ ਕਿ ਅਸੀਂ ਇਸ ਨਰਕ ਦੇ ਵਿੱਚ ਜਿਉਣ ਦੇ ਨਾਲੋਂ ਚੰਗਾ ਹੈ ਕਿ ਅਲੱਗ-ਅਲੱਗ ਹੋ ਕੇ ਆਪਣੀ ਜ਼ਿੰਦਗੀ ਨੂੰ ਜੀਵੀਏ, ਤੇ ਜ਼ਿੰਦਗੀ ਨੂੰ ਸਿਰਫ ਧੱਕੇ ਨਾ ਦਈਏ, ਇਹਨੂੰ ਜੀਵੀਏ, ਕਿਉਂਕਿ ਬਹੁਤ ਹੀ ਥੋੜਾ ਟਾਈਮ ਹੁੰਦਾ ਸਾਡੇ ਕੋਲੋਂ, ਤੇ ਉਹਨੂੰ ਅਸੀਂ ਏਦਾਂ ਵੇਸਟ ਨਾ ਕਰੀਏ। ਤੇ ਕਿਉਂਕਿ ਬੱਚਿਆਂ ਤੇ ਵੀ ਬਹੁਤ ਮਾੜਾ ਅਸਰ ਪੈਂਦਾ, ਘਰ ਦੀ ਰੋਜ਼ ਦੀ ਲੜਾਈ ਝਗੜੇ, ਤਾਨੇ ਮਿਹਣੇ, ਮਾਰ ਕੁਟਾਈ, ਤੇ ਜਿਹੜੇ ਹੋਰ ਇਨਵੋਲਵ ਹੁੰਦੇ ਨੇ ਇਹਦੇ ਵਿੱਚ, ਉਹ ਵੀ ਕਹਿੰਦੇ ਨੇ ਕਿ ਇਹਨਾਂ ਦਾ ਤਾਂ ਰੋਜ਼ ਦਾ ਹੀ ਕੰਮ ਆ। ਸੋ ਪਰ ਉਹਦੇ ਤੋਂ ਬਾਅਦ ਜਿਹੜੇ ਹਾਲਾਤ ਹੁੰਦੇ ਨੇ, ਤੇ ਉਹਦੇ ਚ ਜਿਹੜੀ ਔਰਤ ਹੈ, ਮੇਰਾ ਖਿਆਲ ਹੈ ਉਹ ਜ਼ਿਆਦਾ ਭੁਗਤਦੀ ਹੈ। ਕਿ ਕਿਉਂਕਿ ਜਿਹੜਾ ਮਰਦ ਹੈ ਉਹ ਫਿਰ ਵੀ ਉਹਨੂੰ ਕੋਈ ਨਾ ਕੋਈ ਏਦਾਂ ਦੀ ਸਹਾਨਭੂਤੀ ਮਿਲ ਜਾਂਦੀ, ਕਿਉਂਕਿ ਬੱਚੇ ਵੀ ਤਕਰੀਬਨ ਔਰਤ ਦੇ ਨਾਲ ਹੀ ਹੁੰਦੇ ਨੇ। ਤੇ ਉਹਦੇ ਕੋਲ ਲੱਗਦਾ ਹੈ ਕਿ ਕਈ ਵਾਰੀ ਨੌਕਰੀਆਂ ਵੀ ਬਹੁਤੀਆਂ ਸਾਡੀਆਂ ਬੀਬੀਆਂ ਨਹੀਂ ਕਰ ਰਹੀਆਂ ਹੁੰਦੀਆਂ, ਉਹਨਾਂ ਕੋਲ ਕੋਈ ਪ੍ਰੋਪਰਟੀ ਨਹੀਂ ਹੁੰਦੀ, ਤੇ ਉਹਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰੇਮਪਾਲ ਭੈਣ ਜੀ, ਮੈਂ ਤੁਹਾਡੇ ਵੱਲ ਆਉਂਗੀ। ਤੁਸੀਂ ਕੋਈ ਇਹੋ ਜਿਹੀ ਸਿਚੁਏਸ਼ਨ ਕੋਈ ਦੇਖੀ ਹੋਵੇ, ਆਪਣੇ ਆਲੇ ਦੁਆਲੇ ਕੋਈ ਇਹੋ ਜਿਹੀ ਔਰਤ, ਕੋਈ ਭੈਣ ਦੇਖੀ ਹੋਵੇ, ਤੇ ਜਿਹੜੀ ਇਹਨਾਂ ਹਾਲਾਤਾਂ ਦੇ ਨਾਲ ਜੂਝਦੀ ਹੋਵੇ, ਤੇ ਤੁਹਾਨੂੰ ਲੱਗਿਆ ਹੋਵੇ ਕਿ ਬਿਲਕੁਲ ਜਿਹੜੀ ਤਲਾਕਸ਼ੁਦਾ ਜ਼ਿੰਦਗੀ ਹੈ ਤੇ ਉਹ ਬਹੁਤ ਔਖੀ ਹੈ। ਮਤਲਬ ਉਹਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਉਹਨੂੰ ਵਿਚਾਰੀ ਨੂੰ ਬਹੁਤ ਰਿਸਪੈਕਟ ਮਿਲਦੀ ਹੈ, ਜਾਂ ਆਲੇ ਦੁਆਲੇ ਹਮਦਰਦੀ ਮਿਲਦੀ ਹੈ, ਜਾਂ ਉਹਨੂੰ ਸਹਾਰਾ ਮਿਲਦਾ ਹੈ। ਕਈ ਵਾਰੀ ਉਹਦੇ ਲਈ ਬੜੀਆਂ ਮੁਸ਼ਕਲਾਂ ਵੀ ਖੜੀਆਂ ਕਰ ਦਿੰਦਾ ਸਾਡਾ ਸਮਾਜ। ਬਿਲਕੁਲ। ਪਹਿਲਾਂ ਤਾਂ ਜਿਸ ਤਰ੍ਹਾਂ ਆਪਾਂ ਨੇ ਇਹ ਵਿਸ਼ਾ ਹੀ ਚੁਣਿਆ ਕਿ ਤਲਾਕ ਦਾ, ਹਨਾ, ਡਾਈਵੋਰਸ, ਪਹਿਲਾਂ ਤਾਂ ਇਹ ਜਿਹੜਾ ਲਫ਼ਜ਼ ਹੀ ਹੈ ਨਾ, ਤੇ ਇੱਕ ਇਹੋ ਜਿਹਾ ਲਫ਼ਜ਼ ਹੈ ਵੀ ਕੋਈ ਵੀ ਨਹੀਂ ਚਾਹੁੰਦਾ ਕਿ ਕਿਸੇ ਦੇ ਘਰ ਦੇ ਵਿੱਚ ਜਾਂ ਕਿਸੇ ਦੇ ਨਾਲ ਇਹ ਹੋਵੇ। ਪਰ ਜਦੋਂ ਇਹੋ ਜਿਹੀ ਜ਼ਿੰਦਗੀ ਜਿਹੜੇ ਜੀ ਰਹੇ ਨੇ ਕਈ ਤਾਂ, ਕਿਉਂਕਿ ਸਦੀਆਂ ਤੋਂ ਚੱਲਿਆ ਆ ਰਿਹਾ ਇਹ, ਜਿਹੜਾ ਕਿ ਆਪਣੇ ਘਰਾਂ ਦੇ ਜਿਹੜਾ ਮਾਰ ਕੁਟਾਈ ਵੀ, ਕਈਆਂ ਆਪਾਂ ਸ਼ੁਰੂ ਤੋਂ ਜਦੋਂ ਦੇ ਆਪਾਂ ਜੰਮਿਆ ਇਸੇ ਸਮਾਜ 'ਚ ਆਪਾਂ ਰਹਿ ਰਹੇ ਹਾਂ, ਦੇਖਦੇ ਆਲੇ ਦੁਆਲੇ ਕੀ।
ਪਰ ਕਈਆਂ ਨੇ ਤਾਂ ਉਹ ਜਿੱਦਾਂ ਨਹੀਂ ਫੋਲੋ ਕਰਦੇ ਆ ਕਿ ਆਪਣੇ ਫੁੱਟਸਟੈਪ ਜਿੱਦਾਂ ਪਿਓ ਕਰਦਾ ਸੀ ਜਾਂ ਪਹਿਲਾਂ ਦਾਦਾ ਕਰਦਾ ਸੀ ਜਾਂ ਪੜਦਾਦਾ ਕਰਦਾ ਸੀ ਉਸੇ ਤਰ੍ਹਾਂ ਚੱਲੇ ਆ ਰਹੇ ਆ ਉਹਨਾਂ ਨੇ ਹੂੰ, ਸਮਝਿਆ ਹੀ ਨਹੀਂ ਹੁੰਦਾ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨੀ ਆ ਕਿ ਇੱਕ ਲੜਕੀ ਤੇ ਲੜਕਾ ਉਹਨਾਂ ਨੇ ਆਪਸ 'ਚ ਚਲੋ ਵਿਆਹ ਕਰਾ ਲਿੱਤਾ। ਲੜਕੇ ਦੇ ਕੋਲ ਕੁਛ ਨਹੀਂ ਸੀ, ਨਾ ਘਰ, ਨਾ ਬਾਹਰ, ਨਾ ਕੁਛ ਵੀ, ਹਨਾ। ਹੂੰ, ਤੇ ਕਿਉਂਕਿ ਉਹ ਵੀ ਕਿਸੇ ਆਪਣੇ ਰਿਸ਼ਤੇਦਾਰਾਂ ਦੇ ਘਰ ਰਹਿ ਰਿਹਾ ਸੀਗਾ। ਇੱਥੋਂ ਤੱਕ ਕਿ ਉਸ ਘਰ ਦੇ ਵਿੱਚ ਉਹਦਾ ਆਪਣਾ ਇੱਕ ਬੈਡਰੂਮ ਵੀ ਨਹੀਂ ਸੀ, ਉਹ ਰਾਤ ਨੂੰ ਸੈਟੀ ਤੇ ਸੌਂਦਾ ਸੀ। ਚਲੋ ਹਰ ਹੂੰ, ਇੱਕ ਡਿਫਰੈਂਟ ਹੈਗੇ ਆ ਕਿ ਕਈਆਂ ਨੂੰ ਇਸ ਤਰ੍ਹਾਂ ਯੂਜ਼ ਕਰਨਾ ਪੈਂਦਾ ਲਿਵਿੰਗ ਰੂਮ ਵੀ, ਹਨਾ। ਪਰ ਹੂੰ, ਕੁੜੀ ਨਾਲ ਵਿਆਹ ਕਰਾ ਲਿੱਤਾ, ਵਿਆਹ ਕਰਾ ਕੇ ਚਲੋ ਫਿਰ ਉਸ ਤੇ ਬੱਚਾ ਵੀ ਹੋ ਗਿਆ ਹੈ। ਹੂੰ, ਜਦੋਂ ਹੋਇਆ ਉਦੋਂ ਤੱਕ ਸਭ ਕੁਝ ਠੀਕ ਸੀਗਾ ਠੀਕ ਹੈ। ਹੈ। ਤੇ ਜਦੋਂ ਬੱਚਾ ਹੋਇਆ ਤੇ ਫਿਰ ਉਹ ਕੁੜੀ ਦੀ ਮਾਂ ਨੇ ਕਿਹਾ ਕਿ ਚੱਲ ਤੂੰ ਹੁਣ ਜਦੋਂ ਬੇਬੀ ਹੁੰਦਾ ਤਾਂ ਆਪਾਂ ਪਤਾ ਹੀ ਹੈ ਕਿ ਕਿੰਨੇ ਕਿਹੋ ਜਿਹੀ ਸਿਚੁਏਸ਼ਨ ਦੇ ਥਰੂ ਜਾਂਦੀ ਹੈ ਕੁੜੀ, ਹੈ ਨਾ, ਜਦੋਂ ਬੇਬੀ ਨੂੰ ਬਿਲਕੁਲ, ਹੈ ਜਨਮ ਦਿੰਦੀ ਹੈ। ਜਨਮ ਦਿੰਦੀ ਹੈ। ਤੇ ਫਿਰ ਉਹਨੇ ਕਿਹਾ ਕਿ ਚੱਲ ਤੁਸੀਂ ਮੇਰੇ ਘਰ ਇੱਥੇ ਆ ਕੇ ਤੁਸੀਂ ਥੋੜਾ ਰਹਿ ਜਾਓ, ਥੋੜੀ ਰੈਸਟ ਹੋ ਜੂਗੀ, ਨਾਲੇ ਫਸਟ ਬੇਬੀ ਹੈ ਤੇ ਸਾਂਭਣਾ ਵੀ ਹੈ ਨਾ ਥੋੜਾ ਜਿਹਾ ਹੂੰ, ਮੁਸ਼ਕਿਲ। ਤੇ ਉਹ ਕੁੜੀ ਆ ਗਈ, 1 ਵੀਕ ਰਹਿਣ ਦਿੱਤਾ ਤੇ 1 ਵੀਕ ਦੇ ਬਾਅਦ ਉਸਨੂੰ ਕਹਿੰਦਾ ਨਹੀਂ ਆਪਣੇ ਘਰ ਲੈ ਕੇ ਜਾਣਾ ਤੇ ਲੈ ਗਿਆ ਘਰ। ਤੇ ਉਹਦੀ ਅੱਛਾ, ਸੋਚ, ਦੀਪ ਜੀ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ, ਉਹਦੀ ਸੋਚ ਕੀ ਸੀ। ਜਿੱਦਾਂ ਆਪਾਂ ਤੇ ਸੋਚਦੇ ਆ ਨਾ ਇਹ ਜਿਹੜੇ ਬੇਬੀ ਤੋਂ ਬਾਅਦ 40 ਡੇਜ਼ ਹੁੰਦੇ ਆ ਬਹੁਤ ਹੀ ਵਨਰੇਬਲ ਹੁੰਦੇ ਆ ਕਿ ਉਸ ਸਮੇਂ ਲੜਕੀ ਨੂੰ ਬਹੁਤ ਹੀ ਕੀ ਕਹਿੰਦੇ ਆ ਲੁੱਕ ਆਫਟਰ ਕਰਨ ਦੀ ਲੋੜ ਹੁੰਦੀ ਹੈ ਕਿ ਕੋਈ ਬਿਲਕੁਲ। ਬੇ, ਹਨਾ। ਤੇ ਉਸ ਮਰਦ ਦੀ ਸੋਚ ਕੀ ਸੀ ਕਿ ਇਹ ਜਿਹੜੇ ਹੂੰ, ਹੂੰ, ਨਾ, ਜੇ ਇਸ ਦੇ ਵਿੱਚ ਇਹਨੂੰ ਮਾਰਿਆ ਕੁੱਟਿਆ ਜਾਵੇ, ਉਸਤੇ ਅੱਛਾ, ਉਸ ਉਹਨੂੰ ਕੁੱਟ ਕੇ ਉਹਦੇ ਤੇ ਨੀਲ ਪਾ ਕੇ ਕਿ ਏਦਾਂ ਜੇ ਉਹਨੂੰ ਇਹ 40 ਡੇਜ਼ ਚ ਕਰ ਲਓ ਤਾਂ ਸਾਰੀ ਜ਼ਿੰਦਗੀ ਉਹ ਕੁੜੀ ਤੁਹਾਡੇ ਅਧੀਨ ਰਹਿੰਦੀ ਹੈ। ਉਹਦੀ ਸੋਚ ਏਦਾਂ ਸੀ ਕਿਉਂਕਿ ਉਸ ਦਾ ਪਿਓ ਵੀ ਏਦਾਂ ਹੀ ਕਰਦਾ ਸੀ, ਹਾਏ ਹਾਏ। ਯੂ نو। ਤਾਂ ਇਹੋ ਜੀ ਸੋਚ, ਕਿਉਂਕਿ ਫਿਰ ਉਹ ਕੁੜੀ ਦੂਸਰੇ ਵੀਕ ਉੱਥੇ ਚਲੀ ਗਈ। ਵੈਲ ਉਹ ਜਿਹੜਾ ਮਕਾਨ ਵੀ ਸੀਗਾ ਕੁੜੀ ਨੇ ਆਪਣੇ ਪੈਸਿਆਂ ਦਾ ਕਿਰਾਏ ਤੇ ਲਿੱਤਾ ਸੀ, ਉਸਦੇ ਹੂੰ, ਕੋਲ ਹੂੰ, ਨਹੀਂ ਸੀਗਾ। ਤੇ ਉਸ ਘਰ ਦੇ ਵਿੱਚ ਸਾਰਾ ਜੋ ਭਾਂਡਾ ਟਿੰਡਾ ਪਾਇਆ ਕੁੜੀ ਨੇ ਆਪਣੇ ਖਰਚੇ ਦਾ ਪਾਇਆ। ਤੇ ਚਲੋ ਫਿਰ ਵੀ ਚਲੋ ਕਹਿੰਦੇ ਆ ਕਿ ਹੌਲੀ ਹੌਲੀ ਤੁਸੀਂ ਸਟੈਪ ਬਾਏ ਸਟੈਪ ਅੱਗੇ ਵਧਦੇ ਹੋ। ਜਦੋਂ ਤੁਹਾਡਾ ਦੋਨੋਂ ਹੂੰ, ਇੱਕੋ ਜਿਹਾ ਸਾਥ ਹੈ ਤਾਂ ਫਿਰ ਕੋਈ ਵੀ ਮੁਸ਼ਕਲਾਂ ਜਿਹੜੇ ਕਿ ਹਰਡਲਸ ਆਉਂਦੇ ਜ਼ਿੰਦਗੀ ਦੇ ਵਿੱਚ ਉਹ ਕੁਝ ਮਾਇਨੇ ਨਹੀਂ ਰੱਖਦੇ, ਤੁਸੀਂ ਖੁਸ਼ੀ ਖੁਸ਼ੀ ਬਿਲਕੁਲ। ਹੁੰਦੇ ਹੋ। ਪਰ ਫਿਰ ਜਦੋਂ ਸੈਕੰਡ ਵੀਕ ਉਸ ਕੁੜੀ ਦੀ ਸਾਈਡ ਤੇ ਕਿਸੇ ਰਿਸ਼ਤੇਦਾਰਾਂ ਨੇ ਬੇਬੀ ਨੂੰ ਦੇਖਣ ਆਉਣਾ ਸੀਗਾ, ਹੂੰ, ਹੂੰ, ਪਰ ਉਹ ਨਹੀਂ ਸੀ। ਉਹ ਕਿਹਾ ਤੇ ਹੈ ਨਹੀਂ ਉਹਨੇ ਕਿ ਉਹ ਨਹੀਂ ਲਾਈਕ ਕਰਦਾ ਕਿ ਕੋਈ ਆਵੇ। ਤੇ ਉਹ ਸੈਕੰਡ ਵੀਕ ਚ ਬੇਬੀ ਨੂੰ ਇੱਕ ਦਿਨ ਸਵੇਰੇ ਦੁੱਧ ਪਿਲਾ ਰਹੀ ਸੀਗੀ, ਉਹ ਬੜੀ ਸੋਹਣੀ ਬੈਠੀ ਆਰਾਮ ਨਾਲ ਗਿਆ, ਹੂੰ, ਉਸਦੇ ਮੂੰਹ ਦੇ ਉੱਤੇ ਇਹੋ ਜਿਹਾ ਥੱਪੜ ਮਾਰਿਆ ਨਾ, ਜਹਾਜ਼ ਕਿ ਬੱਚਾ ਛਾਤੀ ਨਾਲ ਲੱਗਿਆ ਹੋਇਆ ਮਾਂ ਦੀ ਦੁੱਧ ਪੀ ਰਿਹਾ ਹੈ, ਤੇ ਉਹਨੇ ਹੂੰ। ਇੰਝ ਮਾਰਿਆ ਕਿ ਉਹਦੀ ਅੱਖ ਨੀਲੀ ਹੋ ਗਈ, ਜਿਹੜੀ ਬਲੈਕ ਆਈ ਮਾਂ ਸੀ ਬੱਚੇ ਦੀ, ਮਤਲਬ ਭਾਈ ਦੀ ਵਾਈਫ ਜਿਹੜੀ। ਹੈ। ਹਾਂਜੀ। ਤਾਂ ਫਿਰ ਉਸ ਤੋਂ ਨੈਕਸਟ ਡੇ ਉਹਨਾਂ ਨੇ ਆਉਣਾ ਸੀ ਬੱਚੇ ਨੂੰ ਦੇਖਣ। ਹੂੰ, ਤੇ ਹੂੰ, ਦੂਸਰੇ ਦਿਨ ਓਬਵੀਅਸਲੀ ਉਹਨੇ ਕੁਛ ਨਹੀਂ ਆਪਣੀ ਮਾਂ ਨੂੰ ਦੱਸਿਆ ਜਾਂ ਕੀ ਹੋਇਆ ਕੀ ਨਹੀਂ। ਨੈਕਸਟ ਡੇ ਜਦੋਂ ਰਿਸ਼ਤੇਦਾਰ ਆਏ ਤੇ ਮਾਂ ਵੀ ਚਲੇ ਗਈ, ਹੈ ਨਾ, ਕਿ ਓਬਵੀਅਸਲੀ ਕਿ ਕੁੜੀ ਥੋੜੀ ਉੱਥੇ ਕੁਛ ਕਰੇਗੀ, ਚਲ ਮੈਂ ਜਾ ਕੇ ਹੈਲਪ ਕਰ ਦਾਂਗੀ। ਉਹ ਜਦੋਂ ਅੰਦਰ ਵੜੀ ਤੇ ਮਾਂ ਨੂੰ ਕਹਿੰਦੀ ਮਾਂ ਕੱਲ ਏਦਾਂ ਹੋਇਆ ਕਿ ਕਬਰ ਦੇ ਉੱਤੇ ਨਾ ਉਹ ਬਾਕਸ ਪਿਆ ਸੀ, ਉਹ ਮੇਰਾ ਡਿੱਗ ਗਿਆ ਤੇ ਮੇਰੀ ਅੱਖ ਬਚ ਗਈ। ਫਿਰ ਉਹਨੇ ਛੁਪਾਉਣਾ ਚਾਹਿਆ ਕਿ ਮੈਂ ਹਾਏ ਦੇਖੋ ਹਾਏ। ਘਰ ਬਚਾਉਣਾ ਚਾਹੁੰਦੀ ਸੀ ਆਪਣਾ ਵੀ ਕਿਸੇ ਤਰ੍ਹਾਂ। ਤਾਂ ਫਿਰ ਉਹ ਕਹਿੰਦੀ ਮੈਂ ਅੱਜ ਮੇਕਅਪ ਕਰਕੇ ਉਹ ਸਾਰਾ ਟੱਚ ਅਪ ਕਰ ਲਿਆ, ਨਹੀਂ ਤੇ ਕਹਿੰਦੀ ਮੇਰੀ ਬਲੈਕ ਆਈ ਮੇਰੀ ਹੋਈ ਹੋਈ ਹੈ। ਤਾਂ ਤੁਸੀਂ ਦੇਖੋ ਇੱਕ ਮਾਂ ਜਦੋਂ ਏਦਾਂ, ਉਹਨੇ ਤੇ ਏਦਾਂ ਸੋਚਿਆ ਕਿ ਕਿਉਂ ਤੂੰ ਕਿੱਦਾਂ ਇਹ ਹੋ ਸਕਦਾ ਕਿ ਬਾਕਸ ਉੱਥੇ ਹੈ। ਥੋੜਾ ਜਿਹਾ ਆਪਾਂ ਵੀ ਮਾਂ ਵੀ ਏਦਾਂ ਸੋਚਦੀ ਹੈ ਨਾ ਕਿ ਕਿੱਦਾਂ ਹੋ ਸਕਦਾ। ਬਿਲਕੁਲ। ਚਲੋ ਸੁਣ ਕੇ ਉਹਨੇ ਸਾਰਾ ਕਰ ਲਿੱਤਾ ਕਿ ਚੱਲ ਹੋ ਗਿਆ ਹੋਣਾ। ਪਰ ਆਏ ਗੈਸਟ ਆਏ, ਉਹਨਾਂ ਨੇ ਚਾਹ ਪਾਣੀ ਪੀਤਾ ਤੇ ਚਲੋ ਆਪਣੇ ਚਲੇ ਗਏ। ਤੇ ਬਾਅਦ ਵਿੱਚ ਹੌਲੀ ਹੌਲੀ ਫਿਰ ਪਤਾ ਲੱਗਿਆ ਕਿ ਉਹ ਚਾਹੁੰਦਾ ਹੀ ਨਹੀਂ ਸੀ ਕਿ ਕੋਈ ਉਹਦੇ ਘਰ ਆਵੇ। ਅੱਛਾ ਅੱਛਾ। ਤੇ ਘਰ ਹੌਲੀ ਹੌਲੀ ਕੀ ਹੋਇਆ, ਤੇ ਨਾਲੇ ਉਹਨਾਂ ਦਿਨਾਂ ਵਿੱਚ ਉਸਨੇ ਕੁੜੀ ਦਾ ਕਾਰਡ ਆਪਣੇ ਕੋਲ ਲੈ ਲਿੱਤਾ, ਬੈਂਕ ਕਾਰਡ। ਉਹਦੇ ਕੋਲ ਗੱਡੀ ਨਹੀਂ ਸੀ, ਕੁੜੀ ਦੀ ਗੱਡੀ ਆਪ ਫਿਰ ਚਲਾਉਂਦਾ ਫਿਰੇ। ਇੱਕ ਹੂੰ, ਇੱਕ ਹੂੰ, 500 ਪਾਉਂਡ ਸਪੈਂਡ ਕਰਨ ਲੱਗ ਗਿਆ ਉਸ ਕੁੜੀ ਦੇ ਖਾਤੇ ਚ, ਹੈਂ, ਅਕਾਊਂਟ ਚ। ਉਹਦੇ ਅਕਾਊਂਟ ਚੋਂ। ਤੇ ਜਦੋਂ ਸਟੇਟਮੈਂਟ ਆਈ ਉਹ ਕੁੜੀ ਨੇ ਦੇਖੀ
ਤੇ ਕਿਹਾ ਕਿ ਇਹ 500 ਪਾਉਂਡ ਤੋਂ ਕਿੱਥੇ ਖਰਚੇ ਹੋਏ ਆ, ਉਹ ਹੂੰ ਬਿੱਲ ਆ ਜਾਂਦਾ ਕਿੱਥੇ ਕਿੱਥੇ ਖਰਚੇ, ਤੇ ਇਹੋ ਜਿਹੀਆਂ ਥਾਵਾਂ ਤੇ ਉਸਨੇ ਉਹ ਪੈਸੇ ਖਰਚੇ ਤੇ ਉਸ ਤੋਂ ਬਾਅਦ ਕੁੜੀ ਨੇ ਬਲੌਕ ਕਰਤਾ ਉਸ ਤੇ ਪਿਨ ਕਾਰਡ ਚੇਂਜ ਕਰ ਲਿਆ ਤੇ ਉਹ ਹੂੰ ਸਟਾਪ ਕਰਾ ਤੇ ਆਪਣੇ ਪੈਨ ਕਾਰਡ। ਤਾਂ ਇੱਥੋਂ ਤੱਕ ਕਿ ਫਿਰ ਹੌਲੀ ਹੌਲੀ ਕੀ ਹੋਇਆ ਕਿ ਉਹ ਇੰਨਾ ਬੁਰੀ ਤਰ੍ਹਾਂ ਉਹਨੂੰ ਤਸ਼ੱਦਦ ਉਹਦੇ ਤੇ ਕਰਨ ਲੱਗ ਗਿਆ। ਤੇ ਫਿਰ ਇੱਕ ਦਿਨ ਕੀ ਹੋਇਆ, ਬਾਹਰ ਗਿਆ ਹੋਇਆ ਸੀ, ਉਸਨੇ ਆਪਣੇ ਦੂਸਰੀ ਕਿਸੇ ਫੈਮਿਲੀ ਜਾਂ ਫਰੈਂਡ ਦੇ ਹੈਲਪ ਦੇ ਨਾਲ ਆਪਣਾ ਜਿੰਨਾ ਕੁ ਸਮਾਨ ਸੀ, ਬੱਚੇ ਦੇ ਕੱਪੜੇ ਚੁੱਕੇ ਤੇ ਉਸ ਘਰੋਂ ਨਿਕਲ ਗਈ। ਤੇ ਹੂੰ ਹਾਂ, ਤੇ ਜਿੱਥੇ ਜਿਹੜੇ ਹੋਮ ਵਾਲੇ ਹੈਗੇ ਆ ਨਾ ਉਹਨਾਂ ਨਾਲ ਕੰਟੈਕਟ, ਉੱਥੇ ਉਹ 2 ਵੀਕ ਦੇ ਬੱਚੇ ਨੂੰ ਲੈ ਕੇ ਉੱਥੇ ਗਈ। ਤੇ ਫਿਰ ਤੁਸੀਂ ਆਪੇ, ਛੋਟਾ ਬੱਚਾ ਹੋਵੇ ਤੇ ਘਰ-ਬਾਰ ਸਿਰ ਤੇ ਕੁਛ ਨਹੀਂ, ਛੱਤ ਨਹੀਂ, ਠੀਕ ਹੈ, ਪਰ ਮੈਂ ਇੱਥੇ ਦੀ ਇੱਕ ਇਹ ਕਹਿੰਦੀ ਹਾਂ ਕਿ ਗਵਰਨਮੈਂਟ ਦਾ ਬਹੁਤ ਲੱਖ ਬਿਲਕੁਲ ਲੱਖ ਬਹੁਤ ਮਦਦ ਕਰਦੀਆਂ ਨੇ ਬਹੁਤ ਮਦਦ, ਸਰਕਾਰਾਂ। ਹਾਂ, ਪਰ ਜਿੰਨੀ ਕੁ ਮਦਦ ਗਵਰਨਮੈਂਟ ਕਰ ਰਹੀ ਹੈ, ਜੇ ਤੁਸੀਂ ਇੰਡੀਆ ਜਾਂ ਹੋਰ ਕਿਤੇ ਹੋਵੋ, ਕੁਛ ਨਹੀਂ ਹੈ ਕੁਝ ਵੀ ਨਹੀਂ ਉੱਥੇ। ਉੱਥੇ। ਇਸੇ ਕੁਛ ਲਈ ਤਾਂ ਭੈਣ ਜੀ ਵੀ ਜਿਹੜੀਆਂ ਸਾਡੀਆਂ ਉੱਥੇ ਸਾਡੀਆਂ ਭੈਣਾਂ ਨੇ, ਸਾਡੀਆਂ ਬੱਚੀਆਂ ਨੇ, ਉਹ ਵਿਚਾਰੀਆਂ ਸਫ਼ਰ ਕਰਦੀਆਂ ਰਹਿੰਦੀਆਂ ਨੇ, ਮੁਸ਼ਕਲਾਂ, ਕੁੱਟਾਂ ਮਾਰਾਂ ਵੀ, ਤਾਨੇ ਮਿਹਣੇ ਝੱਲਦੀਆਂ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਮਤਲਬ ਕੋਈ ਆਲੇ ਦੁਆਲੇ ਬਾਂਹ ਫੜਨ ਵਾਲਾ ਹੁੰਦਾ ਹੀ ਨਹੀਂ, ਸਾਡੀ ਹੈਲਪ ਕਿੱਦਾਂ ਹੋਊਗੀ, ਸਰਕਾਰ ਨਹੀਂ ਹੈ, ਪਰਿਵਾਰ ਵੀ ਕਹਿੰਦਾ ਵੀ ਅਸੀਂ ਇੰਨੇ ਪੈਸੇ ਲਾ ਕੇ ਮਤਲਬ ਕੁੜੀ ਦਾ ਪੇਕਾ ਪਰਿਵਾਰ ਅਸੀਂ ਵਿਆਹ ਕੀਤਾ ਹੈ, ਤੇ ਹੁਣ ਤੂੰ ਫੇਰ ਘਰ ਆ ਕੇ ਬਹਿ ਗਈ ਤਾਂ ਤੇਰੀਆਂ ਹੋਰ ਦੂਜੀਆਂ ਭੈਣਾਂ ਦਾ ਕੀ ਹੋਏਗਾ। ਬਸ ਮੈਂ ਇਹੋ ਜਿਹੇ ਕੇਸ ਵੀ ਪੜ੍ਹੇ ਹੈ, ਡਾਕਟਰ ਹਰਜਿੰਦਰ ਕੌਰ ਨੇ ਕਿਤਾਬ ਵਗੈਰਾ ਲਿਖੀ ਹੈ, ਹੋਰ ਵੀ ਬਹੁਤ ਸੋਹਣੇ ਸੋਹਣੇ ਕਈਆਂ ਨੇ ਆਰਟੀਕਲ ਹਕੀਕਤ ਨੂੰ ਬਿਆਨ ਕਰਦੇ ਲਿਖੇ ਹੁੰਦੇ ਆ, ਜਿਹੜੇ ਸੱਚੀਆਂ ਕਹਾਣੀਆਂ ਜਿਵੇਂ ਤੁਸੀਂ ਦੱਸੀ ਹੈ, ਬਿਆਨ ਕੀਤੀ, ਏਦਾਂ ਦੀਆਂ ਨਾਲ ਭਰੇ ਹੈ, ਤੇ ਅੱਖਾਂ ਚੋਂ ਹੰਝੂ ਆਉਂਦੇ ਆ, ਬੰਦੇ ਦਾ ਦਿਲ ਰੋਂਦਾ ਆ ਸੁਣ ਕੇ ਵੀ ਸਾਡੀ ਸੁਸਾਇਟੀ ਕਿੱਦਾਂ, ਜਿੱਦਾਂ ਵਹਿਸ਼ੀ ਇਨਸਾਨ ਨਹੀਂ, ਜਿੱਦਾਂ ਬਣ ਗਏ ਜਾਨਵਰਾਂ ਦੀ ਤਰ੍ਹਾਂ, ਇੱਕ ਦੂਜੇ ਨਾਲ ਏਦਾਂ ਟਰੀਟ ਕਰਨਾ। ਜੇ ਤੁਸੀਂ ਨਹੀਂ ਵੀ ਰਹਿਣਾ ਚਾਹੁੰਦੇ ਤਾਂ ਤੁਸੀਂ ਸੈਪਰੇਟ ਹੋ ਜਾਓ, ਬੜੇ ਦੋਸਤਾਂ ਦੇ ਵਾਂਗ, ਹਨਾ, ਨਹੀਂ ਤੁਹਾਡੀ ਗੱਲ ਬਣਦੀ ਜਾਂ ਕੋਈ ਵੀ ਤੁਹਾਡੇ ਹਾਲਾਤ ਨੇ, ਇੱਕ ਦੂਜੇ ਨੂੰ ਬਿਆਨ ਕਰ ਦਓ, ਪਰ ਏਦਾਂ ਕਿਸੇ ਨੂੰ ਦੁੱਖਾਂ ਦੀ ਭੱਠੀ ਚ ਤਪਾਉਣਾ, ਭਾਵੇਂ ਉਹ ਔਰਤ ਹੈ ਭਾਵੇਂ ਉਹ ਮਰਦ ਹੈ, ਇਹ ਹਨਾ, ਨਹੀਂ, ਇੱਕ ਦੂਜੇ ਨੂੰ, ਹਾਂ, ਵਧੀਆ ਤਰੀਕੇ ਨਾਲ ਜਿੰਨਾ ਰਹਿੰਦੇ ਹੋ ਰਹੋ। ਪਹਿਲੀ ਗੱਲ ਤਾਂ ਰਹਿਣਾ ਚਾਹੀਦਾ ਆ, ਪਰ ਜੇ ਹਾਂਜੀ, ਨਹੀਂ ਵੀ ਰਹਿ ਸਕਦੇ ਤਾਂ ਪਰ ਇਸ ਤਰੀਕੇ ਨਹੀਂ ਕਿ ਦੁਸ਼ਮਣੀ, ਕਿ ਉਹਨੂੰ ਫਿਰ ਹੁਣ ਮਾਰ ਹੀ ਦੇਣਾ ਆ, ਹੁਣ ਉਹਨੂੰ ਖਤਮ ਕਰ ਦੇਣਾ, ਮੈਂ ਭਾਵੇਂ ਜੇਲ੍ਹ ਚ ਚੱਲ ਜਾਵਾਂ, ਉਹ ਕਿਸੇ ਹੋਰ ਨਾਲ ਵਿਆਹ ਕਿਵੇਂ ਕਰ ਲਵੇ, ਜਾਂ ਉਹ ਮਾੜਾ ਜਿਹਾ ਹੱਸ ਬੋਲ ਕਿਵੇਂ ਲਵੇ, ਵਧੀਆ ਕੱਪੜੇ ਕਿਵੇਂ ਪਾ ਲਵੇ। ਮਤਲਬ ਏਦਾਂ ਦੀਆਂ ਜਿਹੜੀਆਂ ਸਥਿਤੀਆਂ ਨੇ ਉਹ ਨਹੀਂ ਪੈਦਾ ਕਰਨੀਆਂ ਚਾਹੀਦੀਆਂ। ਇੰਨਾ ਹੰਕਾਰ, ਇੰਨੀ ਈਗੋ ਜਾਂ ਇੰਨੀ ਜਲਨ ਇਹਨਾਂ ਰਿਸ਼ਤਿਆਂ ਦੇ ਵਿੱਚ ਜਿਹੜੀ ਕੁੜੱਤਣ ਹੈ ਉਹ ਭਰਦੀ ਹੈ। ਬੰਦੇ ਦੀ ਆਪਣੀ ਜ਼ਿੰਦਗੀ ਵੀ ਹੈ ਜਿਹੜੀ, ਉਹ ਵੀ ਹੈਲ ਹੋ ਜਾਂਦੀ ਹੈ ਜਦੋਂ ਆਪਣੇ ਪਾਰਟਨਰ ਦੀ ਜ਼ਿੰਦਗੀ ਨੂੰ ਕਰਦਾ। ਮੈਂ ਤੇ ਉਹੀ ਕਹਿੰਦੀ ਹਾਂ ਕਿ ਜਿਹੜੀ ਜ਼ਿੰਦਗੀ ਹੈ ਨਾ, ਇੰਨੀ ਪਿਆਰੀ ਹੈ, ਇੰਨੀ ਸੋਹਣੀ ਹੈ, ਉਹਨੂੰ ਜੇ ਅੱਛੀ ਤਰ੍ਹਾਂ ਜੀਆ ਜਾਏ, ਪਿਆਰ ਨਾਲ ਜੀ ਜਾਏ ਤੇ, ਹਨਾ। ਪਰ ਕੀ ਕਰਦੇ ਆ, ਪਰ ਸਾਡੇ ਚ ਕੀ ਕਹਿੰਦੇ ਏਦਾਂ ਉਹ ਹੋ ਰਿਹਾ ਕਿ ਇੱਕ ਦੂਸਰੇ ਨੂੰ ਦੇਖ ਕੇ ਸੜਨਾ, ਜਾਂ ਪਰ ਕਈ ਵਾਰੀ ਕੀ ਹੁੰਦਾ ਕਿ ਜਦੋਂ ਦੂਸਰੇ ਦੇ ਘਰ ਦੇ ਵਿੱਚ ਹੁੰਦੀ ਹੈ ਨਾ, ਤਾਂ ਆਪਾਂ ਹੀ ਆ, ਆਪਾਂ ਵੀ ਇਸੇ ਸੁਸਾਇਟੀ ਦੇ ਵਿੱਚ ਆ, ਸਾਡੀ ਗੱਲ ਕਰਨ ਦੀ ਟੋਨ ਹੀ ਡਿਫਰੈਂਟ ਹੁੰਦੀ ਹੈ। ਜਦੋਂ ਉਹੀ ਕੁਛ ਸਾਡੇ ਆਪਣੇ ਤੇ ਹੁੰਦਾ ਨਾ, ਤਾਂ ਫਿਰ ਉਹੀ ਟੋਨ ਏਦਾਂ ਦਬ ਜਾਂਦੀ ਹੈ ਕਿ ਫਿਰ ਅਸੀਂ ਕਹਿਣ ਲੱਗ ਜਾਂਦੇ, ਅੱਜ ਕੱਲ੍ਹ ਬੱਚੇ ਸੁਣਦੇ ਨਹੀਂ, ਅਸੀਂ ਬੱਚਿਆਂ ਨੂੰ ਕੁਝ ਕਹਿ ਨਹੀਂ ਸਕਦੇ। ਪਰ ਸੇਮ ਗੱਲ ਤੁਸੀਂ ਦੂਸਰਿਆਂ ਲਈ ਵੀ ਤੇ ਸੋਚ ਸਕਦੇ ਹੋ। ਬਿਲਕੁਲ। ਗੱਲ ਸਾਰੀ ਇੱਥੇ ਸੋਚ ਦੀ ਆਉਂਦੀ ਹੈ। ਜੇ ਅਸੀਂ ਸੋਚ ਬਦਲੀਏ, ਸਿਰਫ ਇਹੀ ਨਾ ਦੇਖੀਏ ਕਿ ਉਹ ਕਿਹੜਾ ਆਪਣਾ ਜਾਂ ਕਿਹੜਾ ਪਰਾਇਆ ਹੈ, ਇਹ ਸੋਚੀਏ ਕਿ ਗਲਤ ਕੀ ਹੈ ਤੇ ਸਹੀ ਕੀ ਹੈ, ਫੇਰ ਗੱਲ ਬਣ ਸਕਦੀ ਹੈ। ਕਿਉਂਕਿ ਕਈ ਵਾਰੀ ਕੀ ਹੁੰਦਾ, ਗਲਤ ਆਪਣੇ ਹੁੰਦੇ ਆ, ਕਿਉਂਕਿ ਆਪਣੇ ਕਰਕੇ ਅਸੀਂ ਗਲਤ ਦਾ ਹੀ ਸਾਥ ਦੇਈ ਜਾਂਦੇ, ਨਹੀਂ ਸਾਡਾ ਆਪਣਾ ਆਪਣਾ ਕਰਕੇ। ਪਰ ਜਦੋਂ ਅਸੀਂ ਸੋਚੀਏ ਕਿ ਜੇ ਗਲਤ ਹੈ ਤਾਂ ਆਪਣਾ ਵੀ ਗਲਤ ਹੋ ਸਕਦਾ ਹੈ, ਜੇ ਸਹੀ ਹੈ ਤਾਂ ਬੇਗਾਨਾ ਵੀ ਸਹੀ ਹੋ ਸਕਦਾ ਹੈ, ਤਾਂ ਫਿਰ ਜੇ ਇਸ ਗੱਲ ਨੂੰ ਸਮਝ ਲਿਆ ਜਾਵੇ ਤਾਂ ਫਿਰ ਮੈਨੂੰ ਲੱਗਦਾ ਨਹੀਂ ਕੋਈ ਪ੍ਰੋਬਲਮ ਹੋ ਸਕਦੀ ਹੈ। ਇੱਕ ਹੋਰ ਮੈਨੂੰ ਭੈਣ ਜੀ ਇੱਥੇ ਇੱਕ ਘਟਨਾ ਯਾਦ ਆਈ, ਸਾਡੇ ਜਿੱਦਾਂ ਦੋਸਤਾਂ ਮਿੱਤਰਾਂ ਦੇ ਘੇਰੇ ਦੇ ਵਿੱਚ ਹੀ ਹੈਗੀ ਸੀ ਉਹ ਗੱਲਬਾਤ, ਕਾਫੀ ਸਾਲ ਹੋ ਗਏ। ਉੱਥੇ ਏਦਾਂ ਹੀ 20-22 ਸਾਲ ਦੀ ਕੁੜੀ ਦਾ ਵਿਆਹ ਕਰ ਦਿੱਤਾ, ਮਤਲਬ ਪੇਰੈਂਟਸ ਨੇ, ਲੱਗਦਾ ਹੁਣ ਉਹਨੂੰ ਕਿ ਠੀਕ ਹੈ, ਵਿਆਹ ਦੀ ਏਜ ਹੈ, ਚਲੋ ਅਸੀਂ ਵਿਆਹ ਕਰਦੇ। ਕੁੜੀ ਪੜ੍ਹਨਾ ਵਗੈਰਾ ਨਹੀਂ ਚਾਹੁੰਦੀ ਸੀ, ਇੱਥੇ ਦੀ ਬ੍ਰਿਟਿਸ਼ ਸਿਟੀਜ਼ਨ ਸੀਗੀ, ਤੇ ਮੁੰਡਾ ਸੀ ਇੰਡੀਆ ਤੋਂ ਆਇਆ ਹੋਇਆ, ਉਹਦਾ ਸੋਹਣਾ ਸੁਨੱਖਾ ਕਮਾਊ ਮੁੰਡਾ ਸੀਗਾ, ਸੇਮ ਏਜ ਗਰੁੱਪ, ਕੋਈ ਪ੍ਰੋਬਲਮ ਨਹੀਂ ਸੀ ਏਦਾਂ ਦੀ, ਪਰ ਉਹਨਾਂ ਦੀ ਆਪਸ 'ਚ ਨਹੀਂ ਬਣੀ। ਤੇ ਕਿਉਂਕਿ ਇੱਥੋਂ ਦੀ ਸੋਚ ਤੇ ਇੰਡੀਆ ਦੀ ਸੋਚ ਕਈ ਵਾਰੀ ਬਹੁਤ ਜ਼ਿਆਦਾ ਫਰਕ ਪੈਂਦਾ ਆ, ਉਹ ਨਹੀਂ ਆਪਸ ਦੇ ਵਿੱਚ ਨਿਭਾ ਸਕੇ। ਮੁੰਡਾ ਬਹੁਤਾ ਪੜ੍ਹਿਆ ਲਿਖਿਆ ਵੀ ਨਹੀਂ ਸੀ, ਪਿੰਡ ਦਾ ਸੀਗਾ, ਤੇ ਕੁੜੀ ਨੇ ਜਿੱਦਾਂ ਕਿਸੇ ਹੋਰ ਨਾਲ ਜਿੱਦਾਂ ਰਿਲੇਸ਼ਨਸ਼ਿਪ 'ਚ ਚੱਲ ਗਈ, ਤੇ ਚਲੋ ਉਹ ਵੱਖ ਹੋ ਗਏ। ਪਰ ਜਿਹੜੇ ਲੜਕੀ ਦੇ ਪੇਰੈਂਟਸ ਸੀਗੇ ਨਾ, ਮੈਂ ਉਹਨਾਂ ਦੇ ਜਿੱਦਾਂ ਇਸ ਚੀਜ਼ ਲਈ ਦਾਦ ਦੇਣੀ ਬਣਦੀ ਹੈ ਕਿ ਉਹਨਾਂ ਨੇ ਆਪਣੇ ਜਵਾਈ ਦਾ ਸਾਥ ਦਿੱਤਾ, ਉਹਨਾਂ ਨੇ ਆਪਣੀ ਧੀ ਦਾ ਨਹੀਂ ਦਿੱਤਾ, ਕਹਿੰਦੇ ਇਹਨੇ ਗਲਤ ਕੀਤਾ ਆ।
ਸਹੀ ਦੇ ਹੈਨਾ। ਵਿੱਚ ਸਮਝਿਆ। ਉਹਨਾਂ ਨੇ ਸਹੀ ਤੇ ਗਲਤ ਦੀ ਪਛਾਣ ਕਰਕੇ ਆਪਣੀਆਂ ਜਦੋਂ ਬਾਅਦ ਚ ਵਿਆਹ ਸ਼ਾਦੀਆਂ ਵੀ ਹੋਈਆਂ ਹੂੰ, ਬਾਕੀ ਬੱਚਿਆਂ ਦੀਆਂ, ਉਹ ਆਪਣੇ ਜਵਾਈ ਨੂੰ ਬੁਲਾਉਂਦੇ ਸੀ, ਧੀ ਨੂੰ ਨਹੀਂ ਸੀ ਬੁਲਾਉਂਦੇ। ਸੋ ਏਦਾਂ ਦੇ ਪਰਿਵਾਰ ਵੀ ਹੈਗੇ। ਸੋ ਬਿਲਕੁਲ। ਬੜਾ ਵੱਡਾ ਜਿਗਰਾ ਕਰਨਾ ਪੈਂਦਾ, ਨਹੀਂ ਤਾਂ ਅਸੀਂ ਆਪਣੇ ਦੀਆਂ ਗਲਤੀਆਂ ਲੁਕੋਈ ਜਾਂਦੇ ਆ ਤੇ ਦੂਜਿਆਂ ਨੂੰ ਛੱਜ ਚ ਪਾ ਕੇ ਛੱਟੀ ਜਾਂਦੇ। ਇੱਥੇ ਹੀ ਪ੍ਰੋਬਲਮ ਜ਼ਿਆਦਾ ਹੋ ਰਹੀ ਹੈ ਕਿ ਜਦੋਂ ਅਸੀਂ ਹਮ, ਦੂਸਰਿਆਂ ਦੀਆਂ ਪਾ ਕੇ ਛੱਡਦੇ ਆ ਤੇ ਆਪਣੀਆਂ ਨੂੰ ਦਵਾਈ ਜਾਂਦੇ ਆ, ਤਾਂ ਫਿਰ ਉੱਥੇ ਹੀ ਸਾਨੂੰ ਪ੍ਰੋਬਲਮ, ਇਹਨਾਂ ਸਾਰੀਆਂ ਜਿਹੜੀਆਂ ਪ੍ਰੋਬਲਮਸ ਹੋ ਰਹੀਆਂ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ। ਬਿਲਕੁਲ ਬਿਲਕੁਲ। ਤੇ ਪਰ ਉਹ ਤੁਹਾਨੂੰ ਵੀ ਕੋਈ ਲੱਗਦਾ ਕੋਈ ਇਹੋ ਜਿਹੀ ਕੋਈ ਭੈਣ ਕੋਈ ਇਹੋ ਜਿਹੀ ਦੇਖੀ ਹੋਵੇ ਤੁਸੀਂ ਆਪਣੇ ਆਲੇ ਦੁਆਲੇ, ਜਿਵੇਂ ਪੰਜਾਬ ਦੇ ਵਿੱਚ ਸਪੈਸ਼ਲੀ, ਆਪਣੇ ਜਿੱਦਾਂ ਏਸ਼ੀਅਨ ਕੰਟਰੀਜ਼ ਦੇ ਵਿੱਚ ਜ਼ਿਆਦਾ ਪ੍ਰੋਬਲਮ ਹੈ, ਜਿਹੜਾ ਤਲਾਕ ਹੋ ਗਿਆ ਵੈਸੇ ਵੀ ਉਹਨੂੰ ਬਹੁਤ ਹੀ ਜਿੱਦਾਂ ਵਿੰਨਵੀਆਂ ਨਜ਼ਰਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਰ ਇੱਕ ਉਹਨੂੰ ਸਮਝ ਲੈਂਦਾ ਕਿ ਹੁਣ ਤਾਂ ਇਹ ਅਵੇਲੇਬਲ ਆ, ਇਕੱਲੀ ਰਹਿੰਦੀ ਹੈ, ਤੇ ਜੇ ਕਿਤੇ ਉਹ ਵਿਆਹ ਵੀ ਕਰਾ ਲਵੇ ਤਾਂ ਵੀ ਉਹਨੂੰ ਕਿਹਾ ਜਾਂਦਾ ਆ, ਦੁਬਾਰਾ ਵਿਆਹ ਜਿਹਨੂੰ ਆਪਾਂ ਕਹਿੰਦੇ ਆ, ਤੇ ਉਹਨੂੰ ਕਿਹਾ ਜਾਂਦਾ ਕਿ ਲੈ ਤੂੰ ਤਾਂ ਪਹਿਲੇ ਨਾਲ ਨਹੀਂ ਕੱਟਿਆ, ਪਤਾ ਨਹੀਂ ਕੀ ਕਰਦੀ ਹੋਵੇਂਗੀ, ਇਹ ਤਾਂ ਪਹਿਲੇ ਹੀ ਉਹਨੂੰ ਛੱਡ ਕੇ ਆਈ ਹੋਈ ਹੈ, ਹੁਣ ਇੱਥੇ ਪਤਾ ਨਹੀਂ ਕੀ ਚੰਦ ਚਾੜੂਗੀ। ਮਤਲਬ ਜੇ ਮਾੜਾ ਮੋਟਾ ਆਪਸ ਦੇ ਵਿੱਚ ਕੋਈ ਆਰਗੂਮੈਂਟ ਹੋ ਜਾਵੇ ਤਾਂ ਉਹਨੂੰ ਏਦਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ। ਮੈਨੂੰ ਲੱਗਦਾ ਹੈ ਜਿੱਦਾਂ ਕਿ ਬੰਦਿਆਂ ਨੂੰ ਏਦਾਂ ਦੀਆਂ ਗੱਲਾਂ ਘੱਟ ਸੁਣਨੀਆਂ ਪੈਂਦੀਆਂ ਨੇ, ਚੀਜ਼ਾਂ ਦਾ ਘੱਟ ਸਾਹਮਣਾ ਕਰਨਾ ਪੈਂਦਾ ਲੇਡੀਜ਼ ਨੂੰ ਜ਼ਿਆਦਾ। ਤੇ ਉਹਦੇ ਕੋਲ ਕਿਉਂਕਿ ਇੰਨੇ ਰਾਈਟਸ ਵੀ ਨਹੀਂ ਹੁੰਦੇ ਉੱਥੇ ਦੇ ਮੁਤਾਬਕ, ਕਿਉਂਕਿ ਸਰਕਾਰਾਂ ਵੀ ਹੈਲਪ ਨਹੀਂ ਕਰਦੀਆਂ, ਕੁਛ ਨਹੀਂ ਉਹਦੇ ਕੋਲ ਹੁੰਦਾ। ਉਹਨੂੰ ਕਈ ਵਾਰੀ ਨਾ ਚਾਹੁੰਦੇ ਹੋਏ ਵੀ ਹੋਰ ਰਿਸ਼ਤੇ 'ਚ ਜਾਣਾ ਪੈਂਦਾ ਹੈ, ਵਿਆਹ ਕਰਨਾ ਜਾਂ ਕੁਛ, ਤੇ ਮੁੜ ਕੇ ਉਹੀ ਹਾਲਾਤ ਉਹਦੇ ਲਈ ਮੁੜ ਕੇ ਖੜੇ ਹੋ ਜਾਂਦੇ ਨੇ। ਤੁਹਾਨੂੰ ਕੀ ਲੱਗਦਾ? ਨਹੀਂ, ਮੈਂ ਇਹ ਵੀ ਦੇਖਿਆ ਹੈਗਾ ਕਿ ਜਦੋਂ ਉੱਥੇ ਓਬਵੀਅਸਲੀ ਜਦੋਂ ਤੁਸੀਂ ਸੈਕੰਡ ਮੈਰਿਜ ਵੀ ਕਰਾ ਲੈਂਦੇ ਹੋ, ਪਰ ਕਈ ਹਮ, ਵਾਰ ਇਹ ਆ ਕਿ ਉਹਨੂੰ ਤਾਨੇ ਮੈਣੇ, ਪਰ ਕਈ ਵਾਰੀ ਉਹ ਆਪਸ 'ਚ ਖੁਸ਼ ਹੁੰਦੇ। ਜਿਹੜੀ ਦੁਨੀਆ ਹੈ ਨਾ, ਕਹਿੰਦੇ ਹਮ, ਇਹਨੂੰ ਤੇ ਇੱਕ ਪਾਸੇ ਦਿੰਦੇ ਆ ਤੇ ਦੁਨੀਆ ਨੂੰ ਦੋਨੋਂ ਪਾਸੇ ਦਿੰਦੇ ਆ। ਕਈ ਵਾਰੀ ਇਹ ਦੁਨੀਆ, ਪਰ ਦੂਸਰੇ ਪਾਸੇ ਮੈਂ ਕਹਿੰਦੀ ਹਾਂ ਪ੍ਰਮਾਤਮਾ ਨੇ ਸਾਨੂੰ ਸਭ ਨੂੰ ਦਿਮਾਗ ਦਿੱਤਾ ਹੈ। ਜੇਕਰ ਅਸੀਂ ਆਪਣੇ ਦਿਮਾਗ ਦੀ ਵਰਤੋਂ ਕਰੀਏ, ਦੁਨੀਆ ਨੂੰ ਪਾਸੇ, ਕਿ ਦੁਨੀਆ ਜੀਣ ਨਹੀਂ ਨਹੀਂ ਦਿੰਦੀ, ਜੀਣ ਦਿੰਦੀ। ਨਹੀਂ ਜੀਣ ਦਿੰਦੀ, ਉਹ ਨਹੀਂ ਜੀਣਦੇ। ਪਰ ਤੁਸੀਂ ਆਪਸ ਦੇ ਵਿੱਚ ਤੁਸੀਂ ਇੱਕ ਹੋ ਨਾ, ਤੇ ਫਿਰ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਤੁਹਾਨੂੰ ਕੁਝ ਕਰ ਸਕਦਾ ਹੈ। ਪਰ ਗੱਲ ਸਾਰੀ ਇੱਥੇ ਆਉਂਦੀ ਹੈ ਕਿ ਜੇ ਤੁਸੀਂ ਆਪਣੇ ਥੋੜੇ ਜਿਹੇ ਦਿਮਾਗ ਦੇ ਕੱਚੇ ਹੋ ਤੇ ਦੂਸਰੇ ਦੀ ਜ਼ਿਆਦਾ ਗੱਲ ਸੁਣਦੇ ਹੋ, ਤਾਂ ਫਿਰ ਉੱਥੇ ਹਮ, ਪ੍ਰੋਬਲਮ। ਤੇ ਜੇਕਰ ਤੁਸੀਂ ਸਮਝੋ ਕਿ ਹਾਂ ਹੁਣ ਮੈਂ ਇਹਦੀ ਰਿਸਪੌਂਸਿਬਿਲਟੀ ਲੈਤੀ ਹੈ, ਹੁਣ ਇਹ ਮੇਰੀ ਵਾਈਫ ਹੈ, ਮੈਂ ਇਹਦੇ ਨਾਲ ਕੱਟਣਾ ਹੈ, ਤਾਂ ਇਸ ਦੇ ਨਾਲ ਮੇਰੀ ਪਹਿਲੀ ਜ਼ਿੰਦਗੀ, ਓਬਵੀਅਸਲੀ ਮੇਰੀ ਜ਼ਿੰਦਗੀ ਹੁਣ ਇਹਦੇ ਨਾਲ ਹੀ ਹੈ, ਮੇਰਾ ਪਰਿਵਾਰ ਇਹਦੇ ਨਾਲ ਹੈ। ਕਈ ਵਾਰੀ ਮੈਂ ਕਈ ਵਾਰੀ ਕਹਿੰਦੀ ਹੁੰਦੀ ਹਾਂ ਕਿ ਜਿਹੜੇ ਆਪਾਂ ਗੱਲ ਇੱਕ ਵਰਡ ਯੂਜ਼ ਕਰਦੇ ਹਾਂ, ਲੋਕ, ਕਈ ਵਾਰੀ ਹਾਂਜੀ। ਲੋਕਾਂ ਨੂੰ ਕੁਛ ਨਹੀਂ ਪਈ ਹੁੰਦੇ ਜਿਹੜੇ ਸਾਡੇ ਆਪਣੇ ਹੀ ਹੈ। ਆਪਾਂ ਵਰਡ ਹਮ, ਕਰ ਲੈਂਦੇ ਲੋਕ ਪਰ ਯੂਜ਼ ਕਰ ਲੈਂਦੇ ਆ। ਲੋਕ ਨਹੀਂ ਹੁੰਦੇ, ਉਹ ਆਪਣੇ ਹੁੰਦੇ ਆ ਕਿ ਜਿਹੜੇ ਕਿ ਸਾਨੂੰ ਹਮੇਸ਼ਾ ਹੀ ਇਹਨਾਂ ਤਾਨੇ ਮਿਹਣਿਆਂ ਦੇ ਨਾਲ ਵਿੰਨ ਕੇ ਰੱਖਦੇ ਆ, ਤੇ ਇਹ ਤਾਨੇ ਮਿਹਣੇ ਦਿੰਦੇ ਰਹਿੰਦੇ ਆ, ਤੇ ਫਿਰ ਉਸ ਨੂੰ ਨੀਚਾ ਦਿਖਾਉਣ ਦੀ ਪੂਰੀ ਕੋਸ਼ਿਸ਼ ਕਰਦੇ ਆ। ਪਰ ਦੂਸਰੇ ਪਾਸੇ ਇਹ ਵੀ ਕਹਾਂਗੀ ਕਿ ਅੱਜ ਕੱਲ ਆਪਾਂ ਇਹ ਹੀ ਨਹੀਂ ਕਹਿ ਸਕਦੇ ਕਿ ਔਰਤਾਂ ਹੀ ਹੈ, ਕਈ ਮਰਦ ਵੀ, ਆਪਾਂ ਔਰਤ ਦੇ ਹਿਸਾਬ ਨਾਲ ਮਰਦ ਨੂੰ ਆਪਾਂ ਕਹਿ ਰਹੇ ਹਾਂ, ਕਈ ਵਾਰੀ ਮਰਦ ਵੀ ਬਹੁਤ ਕੁਝ ਸਹਿਣ ਕਰਦੇ ਆ, ਕਈ ਔਰਤਾਂ ਵੀ ਏਦਾਂ ਬਹੁਤ ਕਰਦੀਆਂ। ਬਿਲਕੁਲ। ਜੇ ਬਿਲਕੁਲ। ਉਹਨਾਂ ਦੇ ਹੱਥ ਦੇ ਵਿੱਚ ਪਾਵਰ ਹੈ, ਉਹਨਾਂ ਕੋਲੇ ਪੋਸਟ ਵੱਡੀ ਹੈ, ਜਾਂ ਬੰਦਾ ਉਹਨਾਂ ਕਮਾ ਨਹੀਂ ਰਿਹਾ, ਜਾਂ ਉਹਦੇ ਹੱਕ ਦੇ ਵਿੱਚ ਜਿੱਦਾਂ ਕੋਈ ਨਾ ਕੋਈ ਏਦਾਂ ਦੀ ਉਹਦੇ ਕੋਲੇ ਚੇਅਰ ਸਮਝੋ ਹੈਗੀ ਹੈ, ਹਨਾ, ਤੇ ਜਿਹੜੀ ਔਰਤ ਹੈ ਉਹ ਵੀ ਕਈ ਵਾਰ ਫਿਰ ਘੱਟ ਨਹੀਂ ਗੁਜ਼ਾਰਦੀ। ਪਰ ਹਾਂ, ਹਮ, ਇੱਥੇ ਇਹ ਗੱਲ ਕਵਾਂਗੇ ਕਿ ਔਰਤਾਂ ਦੀ ਗਿਣਤੀ ਉਸ ਲੈਵਲ ਤੇ ਥੋੜੀ ਹੈ ਬੰਦਿਆਂ ਨੂੰ, ਬਸ ਹਾਂਜੀ। ਇੰਨਾ ਹੈ, ਕਾਫੀ ਥੋੜੀ ਹੈ, ਪਰ ਹੈਗੇ ਜ਼ਰੂਰ। ਹੈਗੀ ਜ਼ਰੂਰ ਹੈ, ਉਹੀ ਤਾਂ ਮੈਂ ਕਹਿੰਦੀ ਹਮ, ਇਹ ਹੈ ਕਿ ਕਈ ਜਿਹੜੇ ਮਰਦ ਵੀ ਹੈ ਉਹ ਬਹੁਤ ਕੁਝ ਸਹਿੰਦੇ ਆ, ਹਜੇ ਕਿ ਸਾਰੇ ਹਮ, ਕਰਦੇ ਆ, ਆਪਾਂ ਫਿਰ ਵੀ ਜਿੱਦਾਂ ਨਹੀਂ ਨਾ ਉਹਨਾਂ ਨੂੰ ਉਹਨਾਂ ਦੇ ਫੈਮਿਲੀ ਨਾਲ ਮਿਲਣ ਦੇਣਾ, ਮਾਂ ਪਿਓ। ਪਰ ਮੈਂ ਕਈ ਵਾਰੀ ਇਹ ਸੋਚਦੀ ਹੁੰਦੀ ਹੈ ਕਿ ਔਰਤਾਂ ਇਹ ਕਿੱਦਾਂ ਭੁੱਲ ਜਾਂਦੀਆਂ ਕਿ ਅੱਜ ਜੇ ਤੁਹਾਡੇ ਬੱਚੇ ਹੈ, ਕਿ ਕੱਲ ਨੂੰ ਤੁਸੀਂ ਵੀ ਇਸ ਪੋਜੀਸ਼ਨ 'ਚ ਆਉਣਾ ਹੈ, ਤਾਂ ਫਿਰ ਹਮ, ਉਦੋਂ ਫਿਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਨੂੰਹ ਆਉਂਦੀ ਹੈ ਤੇ ਸਿਰਫ ਤੁਹਾਡੀ ਗੱਲ ਸੁਣੇ, ਆਪਣੀ ਮਾਂ ਦੀ ਨਾ ਸੁਣੇ। ਪਰ ਬਿਲਕੁਲ। ਜਦੋਂ ਤੁਸੀਂ ਹੁੰਦੇ ਹੋ ਉਦੋਂ ਤੁਸੀਂ ਕਹਿੰਦੇ ਹੋ ਤੁਹਾਡਾ ਆਦਮੀ ਤੁਹਾਡੀ ਉਹ ਗੱਲ ਸੁਣੇ, ਆਪਣੀ ਮਾਂ ਦੀ। ਤੁਹਾਡੀ ਉਹ ਸੁਣੇ, ਹਾਂ। ਪਰ ਸਾਰਿਆਂ ਨਾਲੋਂ ਟੁੱਟ ਜਾਵੇ, ਸਾਰਿਆਂ ਨੂੰ ਛੱਡ ਦੇਵੇ। ਕਈ ਵਾਰ ਇਹਨਾਂ ਚੀਜ਼ਾਂ ਕਰਕੇ ਵੀ ਲੜਾਈਆਂ ਝਗੜੇ ਪੈਦਾ ਹੋ ਜਾਂਦੇ ਨੇ, ਜਿਹੜੇ ਬਾਅਦ ਚ ਬੜਾ ਵਿਕਰਾਲ ਰੂਪ ਧਾਰਨ ਕਰ ਲੈਂਦੇ ਨੇ, ਤੇ ਗੱਲ ਫਿਰ ਡਿਵੋਰਸ ਜਾਂ ਤਲਾਕ ਤੱਕ ਪਹੁੰਚ ਜਾਂਦੀ। ਬਿਲਕੁਲ ਬਿਲਕੁਲ, ਇਹ ਛੋਟੀ ਹਮ, ਛੋਟੀਆਂ ਗੱਲਾਂ ਹੁੰਦੀਆਂ ਜਿਹੜੀਆਂ ਕਿ ਬਣਦੀ ਹੈ। ਤੇ ਇਸ ਕਰਕੇ ਜੇ ਪਹਿਲਾਂ ਹੀ ਇਹਨਾਂ ਨੂੰ ਪਿਆਰ ਦੇ ਨਾਲ ਸਮਝਾਇਆ ਜਾਵੇ ਕਿ ਦੇਖੋ ਜੇ ਉਹ ਤੁਹਾਡੀ ਮਾਂ ਹੈ ਤੇ ਇਹ ਮੇਰੀ ਵੀ ਮਾਂ ਹੈ। ਜੇ ਅਸੀਂ ਐਵਰੀ ਡੇ ਨਹੀਂ ਉਹਨਾਂ ਨੂੰ ਲੁੱਕ ਆਫਟਰ ਕਰ ਸਕਦੇ, ਤੇ ਜਦੋਂ ਵੀ ਸਾਡਾ ਟਾਈਮ ਲੱਗਦਾ ਹੈ, ਤੇ ਅਸੀਂ ਕਿਉਂ ਨਾ ਕਰੀਏ। ਤੇ ਕਈ ਵਾਰੀ ਮੈਂ ਇੱਥੇ ਵੀ ਔਰਤਾਂ ਕੀ ਕਰਦੀਆਂ, ਸਿਰਫ ਉਹਨਾਂ ਨੂੰ ਆਪਣੇ ਪੇਰੈਂਟਸ ਤੇ ਫਿਕਰ ਹੈ,
ਆਪਣੇ ਪੇਰੈਂਟਸ ਤੇ ਜਾਣਾ, ਆਪਣੇ ਪੇਰੈਂਟਸ ਤੇ ਬੜੇ ਰਹਿਣਾ ਦਿਨ ਤਿਉਹਾਰ ਤੇ ਦੂਸਰੇ ਪਾਸੇ ਕਿਉਂਕਿ ਫਿਰ ਓਬਵੀਅਸਲੀ ਕੁੜੀ ਜਾਂਦੀ ਹੈ ਤੇ ਮੁੰਡੇ ਨੇ ਵੀ ਨਾਲ ਹੀ ਉੱਧਰ ਜਾਣਾ ਹੈ, ਤੇ ਫਿਰ ਬਿਲਕੁਲ। ਫੈਮਿਲੀ ਤੋਂ ਟੁੱਟਦਾ ਫਿਰ ਜੇ ਉਹਨੂੰ ਕਹਿੰਦਾ ਕਿ ਨਹੀਂ ਉੱਧਰ ਜਾਣਾ, ਜੇ ਉਹ ਨਹੀਂ ਜਾਣਾ ਚਾਹੁੰਦੀ ਤੇ ਇੱਥੋਂ ਹੀ ਫਿਰ ਗੱਲਾਂ ਛੋਟੀ ਛੋਟੀਆਂ ਤੋਂ ਵੱਡੀਆਂ ਗੱਲਾਂ ਬਣ ਜਾਂਦੀਆਂ। ਸੋ ਫਿਰ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਹਾਂ, ਮਤਲਬ ਜਿਹੜੇ ਅਸੀਂ ਆਪ ਜ਼ਿੰਮੇਵਾਰ ਹਾਂ ਇਹਨਾਂ ਸਾਰੀਆਂ ਸਥਿਤੀਆਂ ਨੂੰ ਪੈਦਾ ਕਰਨ ਦੇ, ਬਿਲਕੁਲ ਹੈਨਾ। ਸਮਝ ਕੇ ਰਿਸ਼ਤਿਆਂ ਨੂੰ ਸਹੇਜ ਕੇ ਰੱਖੀਏ। ਕੋਈ ਨਾ, ਜੇ ਇੱਕ ਨੂੰ ਕਦੇ ਕੋਈ ਗਰਮ ਹੋ ਜਾਂਦਾ, ਸੁਭਾਅ ਹਰੇਕ ਦਾ ਵੱਖੋ ਵੱਖਰਾ ਹੁੰਦਾ ਹੈ, ਤਾਂ ਦੂਜਾ ਥੋੜਾ ਉਸ ਵੇਲੇ ਨਿਮ ਜਾਵੇ, ਉਹੀ ਹੈਨਾ। ਤੇ ਤੇ ਸਮਝ ਤੋਂ ਬਾਅਦ ਦੇ ਵਿੱਚ ਉਹ ਗੱਲ ਕੀਤੀ ਜਾ ਸਕਦੀ ਹੈ। ਤੂੰ ਮੈਂ ਜ਼ਿਆਦੇ ਵਧਾਵਾਂਗੇ ਤਾਂ ਫਿਰ ਉਹ ਜਿਹੜੇ ਭਾਂਡੇ ਜ਼ਿਆਦਾ ਭੰਨਾਂਗੇ ਤਾਂ ਉਹਦੇ ਨਾਲ ਦੂਰੀਆਂ ਵੱਧਦੀਆਂ ਨੇ, ਤੇ ਫਿਰ ਉਸ ਵੇਲੇ ਦੇ ਕਹੇ ਹੋਏ ਜਿਹੜੇ ਬੋਲ ਨੇ ਜਾਂ ਦਿੱਤੇ ਹੋਏ ਮਿਹਣੇ ਨੇ, ਫਿਰ ਉਹ ਭੁੱਲਦੇ ਨਹੀਂ ਬੰਦੇ ਨੂੰ, ਉਹ ਯਾਦ ਰਹਿੰਦੇ ਨੇ। ਮੁੜ ਕੇ ਉਹ ਰਿਸ਼ਤਾ ਦੇ ਵਿੱਚ ਨਾ ਜਿੱਦਾਂ ਫਰਕ ਪੈਣਾ ਸ਼ੁਰੂ ਹੋ ਜਾਂਦਾ। ਮੈਂ ਤੇ ਇਹ ਦੇਖਿਆ ਕਿ ਉਸ ਦੇ ਨਾਲ ਨਾ ਅੱਛੀਆਂ ਗੱਲਾਂ ਭੁੱਲ ਜਾਂਦੀ ਹੈ, ਜਿਹੜੀ ਬੁਰੀ ਜਿਹੜੀ ਕੌੜੀ ਗੱਲ ਕਹੀ ਹੋਵੇ ਨਾ ਉਹ ਹਮੇਸ਼ਾ ਯਾਦ ਰਹਿੰਦੀ ਹੈ। ਸੋ ਇਸੇ ਕਰਕੇ ਕਹੀਦਾ ਕਿ ਪਿਆਰ ਦੇ ਨਾਲ ਰਹੋ, ਪਿਆਰ ਦੇ ਨਾਲ ਤੁਸੀਂ ਜਿੱਥੇ ਵੀ ਜੋ ਵੀ ਰਿਸ਼ਤੇ ਹੈਗੇ ਆ ਉਹਨਾਂ ਨੂੰ ਉਸ ਹਿਸਾਬ ਨਾਲ, ਜਿਹੜੇ ਕਿ ਮੁੰਡੇ ਵੀ ਹੈਗੇ ਆ ਉਹ ਵੀ ਰਿਸ਼ਤਿਆਂ ਨੂੰ ਉਸ ਹਿਸਾਬ ਨਾਲ ਰੱਖਣ, ਔਰਤ ਨੂੰ ਔਰਤ ਦਾ ਦਰਜਾ ਉਸ ਤਰ੍ਹਾਂ ਉਹ ਵੀ ਰੱਖਣ, ਤੇ ਮਾਂ ਪਿਓ ਨੂੰ, ਭੈਣ ਭਰਾਵਾਂ ਨੂੰ, ਉਹਨਾਂ ਨੂੰ ਉਸ ਤਰ੍ਹਾਂ ਰੱਖਣ, ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਕਿਤੇ ਵੀ ਕੋਈ ਪ੍ਰੋਬਲਮ ਹੋ ਸਕਦੀ ਹੈ। ਪਰ ਇਹ ਛੋਟੀ ਛੋਟੀਆਂ ਗੱਲਾਂ ਹੀ ਆ ਜਿਨ੍ਹਾਂ ਦੇ ਕਰਕੇ ਫਿਰ ਦੇਖੋ ਐਂਡ ਤੇ ਡਿਵੋਰਸ ਤੱਕ ਦੀ ਨੌਬਤ ਆ ਜਾਂਦੀ ਹੈ। ਤੇ ਬਾਅਦ ਦੇ ਵਿੱਚ ਵੀ ਫਿਰ ਜਦੋਂ ਇੱਕ ਦੇ ਨਾਲ ਕਈ ਵਾਰ ਆਪਣਾ ਨਹੀਂ ਨਿਭਦੀ ਹੈਗੀ, ਤੇ ਜ਼ਰੂਰੀ ਨਹੀਂ ਹੈ ਕਿ ਦੂਜੇ ਰਿਸ਼ਤੇ ਵਿੱਚ ਹੀ ਨਿਭੂਗੀ। ਕਈ ਵਾਰੀ ਬਹੁਤ ਮੁਸ਼ਕਲ ਹੋ ਜਾਂਦੀ ਹੈ, ਇੰਨਾ ਤੁਹਾਡਾ ਅੰਦਰ ਹੈ ਜਿਹੜਾ ਥੋੜਾ ਜਟਿਲ ਹੋ ਜਾਂਦਾ ਆ, ਤੁਸੀਂ ਮੁੜ ਕੇ ਕਿਸੇ ਤੇ ਟਰਸਟ ਹੀ ਨਹੀਂ ਕਰ ਪਾਉਂਦੇ ਹੈਗੇ, ਤੇ ਨਿਭਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ, ਚੂਜ਼ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਦੂਜਾ ਰਿਸ਼ਤਾ। ਤੇ ਮੈਂ ਕਈਆਂ ਨੂੰ ਇੱਥੋਂ ਤੱਕ ਵੀ ਦੇਖੀ ਹੈ, 3-3 4-4 5-5 ਮਤਲਬ ਡਿਵੋਰਸ ਹੋ ਗਏ ਹੈ, ਵਿਆਹ ਹੋਇਆ ਛੱਡ ਦਿੱਤਾ, ਅੰਗੇਜਮੈਂਟ ਹੋਈ ਛੱਡ ਦਿੱਤੀ, ਮਤਲਬ ਉਹ ਸੰਬੰਧ ਹੀ ਨਹੀਂ ਬਣ ਪਾਉਂਦਾ ਮੁੜ ਕੇ, ਬਹੁਤ ਮੁਸ਼ਕਿਲ ਹੈ। ਬਹੁਤ ਸੋ ਮੁਸ਼ਕਿਲ। ਸਮਝ ਤੋਂ ਕੰਮ ਲਈ ਜਾਵੇ। ਪਰ ਦੂਸਰੇ ਪਾਸੇ ਐਵੇਂ ਕਹਿੰਦੇ ਵੀ ਪੰਜੇ ਉਂਗਲਾਂ ਇੱਕ ਸਾਰ ਨਹੀਂ ਹੈ, ਤੇ ਮੈਂ ਇੱਕ ਗੱਲ ਦੇ ਦਿੰਨੀ ਹੈ ਕਿ ਮੈਂ ਜਾਣਦੀ ਹਾਂ ਇੱਕ ਓਬਵੀਅਸਲੀ ਔਰਤ ਨੂੰ, ਉਸ ਦਾ ਪਹਿਲਾ ਵਿਆਹ ਹੋਇਆ, ਉਸ ਦੇ ਕੋਲ ਉਹਦੇ 2 ਕੁੜੀਆਂ ਹੋਈਆਂ, ਤੇ ਉਹ ਆਦਮੀ ਉਸਨੇ ਬਿਲਕੁਲ ਵੀ ਕੇਅਰ ਨਹੀਂ ਕੀਤੀ, ਨਾ ਕੁੜੀਆਂ ਦੀ ਨਾ ਔਰਤ ਦੀ। ਉਸ ਔਰਤ ਨੇ 2-2 3-3 ਕੰਮ ਕਰਕੇ ਆਪਣੀਆਂ ਕੁੜੀਆਂ ਪਾਲੀਆਂ। ਫਿਰ ਕਿਸਮਤ ਕਹਿੰਦੇ ਜਿਹਦੀ ਜੇ ਕਿਸਮਤ 'ਚ ਸੁੱਖ ਹੈ ਤਾਂ ਹਰ ਹਿੱਲੇ। ਫਿਰ ਉਹਦਾ ਸੈਕਿੰਡ ਕਿਤੇ ਜਿੱਥੇ ਕੰਮ ਕਰਨ ਲੱਗੀ ਸੀ ਉੱਥੇ ਇੱਕ ਲੜਕਾ ਮਿਲਿਆ, ਉਸ ਦੇ ਨਾਲ ਚਲੋ ਫਿਰ ਵਿਆਹ ਕੀਤਾ ਉਹਨੇ। ਉਸ ਦੇ ਨਾਲ ਹੀ ਅੱਗੇ ਉਹਨੂੰ 2 ਕੁੜੀਆਂ ਹੋਈਆਂ, ਹੁਣ 4 ਕੁੜੀਆਂ। ਤੇ ਮੈਂ ਇੰਨੀ ਉਸ ਆਪਣੀ ਫਰੈਂਡ ਦੇ ਵੱਲੋਂ ਖੁਸ਼ ਹਾਂ ਕਿ ਇਹ ਜਿਹੜਾ ਸੈਕਿੰਡ ਹਸਬੈਂਡ ਹੋਇਆ, ਜਿਹੜੀਆਂ ਪਹਿਲੀਆਂ 2 ਕੁੜੀਆਂ ਨਾ, ਉਹਨਾਂ ਨੇ ਕਦੇ ਏਦਾਂ ਕਿਹਾ ਹੀ ਨਹੀਂ ਹੈ। ਉਹ ਪਹਿਲੀਆਂ ਵੱਡੀਆਂ 2 ਦਾ ਵਿਆਹ ਹੋ ਗਿਆ, ਉਸ ਨੇ ਇੱਕਦਮ ਪਿਓ ਬਣ ਕੇ ਖੜਿਆ ਹੈ, ਸਾਰਾ ਕੁਝ ਕੀਤਾ। ਕਦੇ ਉਹਨਾਂ ਕੁੜੀਆਂ ਦੇ ਮੂੰਹੋਂ ਮੈਂ ਏਦਾਂ ਨਹੀਂ, ਜਿੱਦਾਂ ਨਹੀਂ ਕਹਿੰਦੀਆਂ ਸਟੈਪ ਡੈਡ, ਕਦੇ ਨਹੀਂ ਸੁਣਿਆ। ਹਾਂਜੀ, ਕਦੀ ਨਹੀਂ ਏਦਾਂ। ਆਪਣੇ ਪਿਓ, ਕਿਉਂਕਿ ਉਹਨਾਂ ਨੂੰ ਪਿਓ ਤੋਂ ਤੇ ਪਿਆਰ ਮਿਲਿਆ ਹੀ ਨਹੀਂ। ਤੇ ਉਸ ਇਨਸਾਨ ਨੇ, ਉਹ ਸਾਡੇ ਵੀਰ ਨੇ ਉਹਨਾਂ ਨੂੰ ਪਿਓ ਬਣ ਕੇ ਉਹਨਾਂ ਦੇ ਸਿਰ ਤੇ ਹੱਥ ਰੱਖਿਆ ਤੇ ਸੱਚੀ ਮੁੱਚੀ ਪਿਓ ਦੇ ਫਰਜ਼ ਨਿਭਾਏ। ਸਾਰੇ ਨਿਭਾਏ ਆ, ਤੇ ਹੁਣ ਅੱਗੇ ਉਹੀ ਤੇ ਮੈਂ ਕਹਿੰਦੀ ਹਾਂ, ਹੁਣ ਉਹ 2 ਕੁੜੀਆਂ ਪਹਿਲੇ ਵਿਆਹ ਦੀਆਂ ਤੇ 2 ਸੈਕਿੰਡ ਵਿਆਹ ਦੀਆਂ, ਉਹ ਇਹ 4। ਖੁਸ਼ ਨੇ ਆਪਣੀ ਜ਼ਿੰਦਗੀ। ਹਾਂ, ਤੇ ਇਹ ਸੱਚਾਈ, ਸੱਚੀਆਂ ਗੱਲਾਂ ਮੈਂ ਦੱਸ ਰਹੀ ਹਾਂ ਜੋ ਮੈਂ ਆਪਣੇ ਅੱਖੀਆਂ ਤੇ ਦੇਖ ਰਹੀ ਹਾਂ, ਹਨਾ। ਤੇ ਇਹ 4 ਕੁੜੀਆਂ ਹੁਣ ਤੁਸੀਂ ਜਿਹੜੀਆਂ ਸੈਕਿੰਡ 2 ਛੋਟੀਆਂ ਕੁੜੀਆਂ, ਇੱਕ ਹੁਣ ਡਾਕਟਰ ਕਰਦੀ ਹੈ ਟ੍ਰੇਨਿੰਗ, ਤੇ ਦੂਸਰੀ ਵੀ ਬਹੁਤ ਪੜ੍ਹਾਈ 'ਚ ਇੰਨੀਆਂ ਲਾਇਕ ਹੈ, ਤੇ ਜਿਹੜੀਆਂ 2 ਵਿਆਹੀਆਂ ਗਈਆਂ, ਅੱਗੇ ਜਿਹੜੇ 2 ਜਵਾਈ ਮਿਲੇ ਆ ਨਾ, ਮੈਂ ਕਹਿੰਦੀ ਹਾਂ ਕਈ ਮੁੰਡੇ ਵੀ ਨਹੀਂ ਕਰਦੇ ਜੋ ਉਹਨੂੰ। ਬੱਚੇ ਤੇ ਹਾਂ, ਤੁਸੀਂ ਮੰਨਣਾ ਨਹੀਂ, ਜਦੋਂ ਵੱਡੀ ਕੁੜੀ ਦਾ ਵਿਆਹ ਹੋਇਆ ਨਾ, ਚਲੋ ਆਪਾਂ ਕਈ ਵਾਰੀ ਆਪਾਂ ਕਹਿੰਦੇ ਕਈ ਤਿਉਹਾਰ ਨਹੀਂ ਸਿੱਖਾਂ ਦੇ ਹੈਗੇ ਜਾਂ ਹਨਾ, ਪਰ ਟਾਈਮ ਜਦੋਂ ਵਿਆਹ ਤੋਂ ਬਾਅਦ ਰੱਖੜੀਆਂ ਆਈਆਂ, ਉਸ ਜਵਾਈ ਨੇ ਛੋਟੀਆਂ ਕੁੜੀਆਂ ਤੋਂ ਜਾ ਕੇ ਰੱਖੜੀਆਂ ਬਣਾਈਆਂ ਕਿ ਸਾਡੇ ਭਰਾ ਦੇ ਉਹ ਥਾਂ। ਘਰ ਦੇਖੋ, ਉਹ ਘਰ ਨਾ ਆਪੇ ਹੀ ਸਵਰਗ ਆ। ਕਿੱਥੇ ਸਵਰਗ ਲੱਭਦੇ ਫਿਰਦੇ ਅਸੀਂ, ਉਹੀ ਆਪਣੀਆਂ ਕਰਤੂਤਾਂ ਦੇ ਨਾਲ ਅਸੀਂ ਆਪਣੇ ਘਰ ਨੂੰ ਨਰਕ ਬਣਾ ਲੈਂਦੇ ਆ। ਤੇ ਆਪਣੇ ਵਧੀਆ ਐਕਸ਼ਨ ਦੇ ਜ਼ਰੀਏ, ਆਪਣੇ ਮਿੱਠੇ ਬੋਲਾਂ ਦੇ ਮਿਲਵਰਤਨ ਦੇ ਨਾਲ ਉਸੇ ਘਰ ਨੂੰ ਅਸੀਂ ਸਵਰਗ ਦਾ ਰੂਪ ਦੇ ਸਕਦੇ ਹਾਂ। ਉਹੀ ਭੈਣ ਤੇ ਜੀ, ਸਾਡਾ ਸਮਾਂ ਸਮਾਪਤ ਹੁੰਦਾ ਜਾ ਰਿਹਾ, ਤੇ ਆਪਾਂ ਹੁਣ ਆਗਿਆ ਲਈਏ, ਪਰ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਜੀ। ਬਹੁਤ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ, ਜੋ ਵੇ ਆਫ ਲਾਈਫ ਨੂੰ ਇੰਨਾ ਪਿਆਰ ਦਿੰਦੇ ਹੋ। ਤੇ ਪ੍ਰੇਮਪਾਲ ਭੈਣ ਜੀ, ਅੱਜ ਪਹਿਲੀ ਵਾਰੀ ਤੁਸੀਂ ਸ਼ਾਮਲ ਹੋਏ ਹੋ, ਮੈਨੂੰ ਬਹੁਤ ਵਧੀਆ ਲੱਗਿਆ। ਵੈਸੇ ਤਾਂ ਆਪਾਂ ਬੜੇ ਚਿਰਾਂ ਤੋਂ ਜਾਣਦੇ ਆ,
ਪਰ ਇਸ ਤਰੀਕੇ ਦੇ ਨਾਲ ਸਾਨੂੰ ਗੱਲਬਾਤ ਕਰਨ ਦਾ ਮੌਕਾ ਪਹਿਲੀ ਵਾਰ ਮਿਲਿਆ, ਬਹੁਤ ਵਧੀਆ ਲੱਗਿਆ ਤੇ ਉਮੀਦ ਕਰਦੇ ਹਾਂ ਕਿ ਫਿਰ ਮਿਲਾਂਗੇ। ਨਹੀਂ, ਮੈਂ ਤੁਹਾਡਾ ਵੀ ਧੰਨਵਾਦ ਕਰਦੀ ਹਾਂ ਨਵਦੀਪ ਜੀ, ਜਿਹੜਾ ਹੈ ਉਪਰਾਲਾ ਸ਼ੁਰੂ ਕੀਤਾ, ਬਹੁਤ ਵਧੀਆ ਉਪਰਾਲਾ, ਤੇ ਇਸੇ ਤਰ੍ਹਾਂ ਹੀ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।